ਜਰਮਨ ਲਾਇਸੈਂਸ ਥਿਊਰੀ ਇਨ ਪੰਜਾਬੀ ਭਾਗ 8ਵਾਂ। ਅੱਜ ਦਾ ਪਹਿਲਾ ਸਵਾਲ ਹੈ ਜੀ, mit welchen Gefahren müssen Sie vor allem in ländlichen Gebieten rechnen? ਕਿ ਉਹ ਕਿਹੜੀਆਂ ਖਤਰਨਾਕ ਸਿਚੁਏਸ਼ਨ ਪੈਦਾ ਹੋ ਸਕਦੀਆਂ ਨੇ ਜਦੋਂ ਤੁਸੀਂ ਮਤਲਬ ਹੈ ਕਿ ਲੈਂਡਲਿਸ਼ ਹੁੰਦਾ ਹੈ ਜਿੱਥੇ ਉਪਜਾਊ ਜ਼ਮੀਨ ਹੁੰਦੀ ਆ, ਠੀਕ ਹੈ ਜੀ। ਜਿੱਥੇ ਤੁਸੀਂ ਦੇਖ ਰਹੇ ਹੋ ਖੇਤੀਬਾੜੀ ਏਰੀਆ ਹੁੰਦਾ ਆ, ਐਗਰੀਕਲਚਰ ਏਰੀਆ, ਉਹਨਾਂ ਏਰੀਆ ਦੇ ਵਿੱਚ ਜੇ ਤੁਸੀਂ ਲੰਘਦੇ ਪਏ ਹੋ ਜਾਂ ਉਹਨਾਂ ਦੇ ਕੋਲੋਂ ਲੰਘਦੇ ਪਏ ਹੋ ਤਾਂ ਤੁਹਾਨੂੰ ਕਿਹੜੀ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਕਿ ਇੱਥੇ ਕਿਹੜਾ ਖਤਰਾ ਪੈਦਾ ਹੋ ਸਕਦਾ ਆ। ਤੇ ਪਹਿਲਾ ਆਨਸਰ ਲਿਖਿਆ ਦਾ mit über breiten landwirtschaftlichen Fahrzeugen, ਕਿ ਹੋ ਸਕਦਾ ਆ ਕਿ ਤੁਹਾਡੇ ਅੱਗੇ ਉੱਥੇ ਅਚਾਨਕ ਹੱਦ ਤੋਂ ਚੌੜੇ, ਮਤਲਬ ਉਹੀ ਹੋ ਗਿਆ ਕਿ ਅਚਾਨਕ ਜਿਹੜੀ ਆ ਕੰਪੈਨ ਇੱਕ ਪਾਸਿਓਂ ਨਿਕਲ ਕੇ ਕਿਸੇ ਇੱਕ ਖੱਤੇ ਚੋਂ ਨਿਕਲ ਕੇ ਥੋੜ੍ਹੀ ਦੂਰ ਆਪਣੀ ਸੜਕ 'ਤੇ ਜਾਏਗੀ ਅਤੇ ਜਾ ਕੇ ਦੂਸਰੀ ਕਿਸੇ ਖੱਤੇ 'ਚ ਵੜੇਗੀ, ਸੱਜੇ ਨੂੰ ਜਾਂ ਖੱਬੇ ਨੂੰ। ਇੱਦਾਂ ਹੋ ਸਕਦਾ ਆ, ਕਿਉਂਕਿ ਫਿਰ ਛੋਟੇ ਜਿਹੇ ਏਰੀਏ ਵਾਸਤੇ, ਛੋਟੇ ਜਿਹੇ ਰਕਬੇ ਵਾਸਤੇ ਉਹ ਜਿਹੜਾ ਆ ਅੱਗੋਂ ਕਟਰ ਨਹੀਂ ਲਾਉਂਦੇ। ਅਤੇ ਈਵਾ ਬਰਾਈਟ ਮਤਲਬ ਕਿ ਉਹ ਹੱਦ ਤੋਂ ਚੌੜਾ ਹੁੰਦਾ ਹੈ ਜਦੋਂ ਅੱਗੇ ਕਟਰ ਲੱਗਾ ਹੋਵੇ। ਅਤੇ ਇੱਦਾਂ ਦੇ ਤੁਹਾਨੂੰ ਜਿਹੜਾ ਆ ਕੋਈ ਕੰਪੈਨ, ਕੋਈ ਟਰੈਕਟਰ ਪਿੱਛੇ ਜਿਹੜਾ ਚੌੜਾ ਉਹਨੇ ਕੋਈ ਮਤਲਬ ਪਾਇਆ ਹੋਵੇ, ਹਲਾਂ ਚੌੜੀਆਂ ਪਾਈਆਂ ਹੋਣ ਜਾਂ ਕੋਈ ਹੋਰ ਚੀਜ਼ਾਂ ਪਿੱਛੇ ਡਰਿੱਲ, ਕੋਈ ਹੋਰ ਚੀਜ਼ਾਂ ਖੇਤੀਬਾੜੀ ਨਾਲ ਜਿਹੜੀਆਂ ਸੰਬੰਧਿਤ ਪਾਈਆਂ ਹੋਣ, ਅਤੇ ਉੱਦਾਂ ਦੇ ਜਿਹੜਾ ਵਾਹਨ ਤੁਹਾਨੂੰ ਮਿਲ ਸਕਦੇ ਆ। ਇਹ ਸਹੀ ਆ। mit Fahrbahnverschmutzungen, ਕਿ ਜਿਹੜੀ ਸੜਕਾਂ ਨੇ ਉੱਥੇ ਉਹ ਵੀ ਲਿਬੜੀਆਂ ਹੋ ਸਕਦੀਆਂ। ਅਤੇ ਨੋਰਮਲ ਗੱਲ ਹੈ ਕਿ ਜਿੱਥੇ ਟਰੈਕਟਰ ਜਾਂ ਕੰਪੈਨਾਂ ਜਾਂ ਜਿਹੜੀਆਂ ਚੀਜ਼ਾਂ ਨੇ ਖੱਤਿਆਂ 'ਚੋਂ ਨਿਕਲ ਕੇ ਸੜਕਾਂ ਦੇ ਉੱਪਰ ਆਉਣਗੀਆਂ ਅਤੇ ਉੱਥੇ ਜਿਹੜੀ ਸੜਕ ਲਿਬੜੀ ਵੀ ਹੋ ਸਕਦੀ ਹੈ। ਇਹ ਵੀ ਠੀਕ ਆ। mit langsamen landwirtschaftlichen Fahrzeugen, ਅਤੇ ਇਹ ਵੀ ਠੀਕ ਆ ਕਿ ਜਿਹੜੇ landwirtschaft ਜਿਹੜੇ ਟਰੈਕਟਰ ਕੰਪੈਨਾਂ ਹੁੰਦੀਆਂ ਨੇ ਉਹ ਹਮੇਸ਼ਾ ਸਲੋ ਹੀ ਚੱਲਦੇ ਆ, ਉਸ ਹਾਈ ਸਪੀਡ ਤਾਂ ਹੁੰਦੇ ਨਹੀਂ। ਅਤੇ ਇਹ ਵੀ ਠੀਕ ਆ। ਅੱਗੇ ਚੱਲਦੇ ਹਾਂ ਸੈਕਿੰਡ ਸਵਾਲ 'ਤੇ। in der Dämmerungen kommt Ihnen eine landwirtschaftliche Suchmaschine mit eingeschalteter Beleuchtung entgegen. Womit müssen Sie rechnen? ਕਿ ਤੁਸੀਂ ਦੇਖਦੇ ਹੋ ਦੈਮਰੁੰਗ ਮਤਲਬ ਕਿ ਸ਼ਾਮ ਦਾ ਵੇਲਾ, ਜਦੋਂ ਮਤਲਬ ਹਨੇਰਾ ਝੁਸਮਸਾ ਜਿਹਾ ਹੋ ਜਾਂਦਾ ਟਾਈਮ, ਉਦੋਂ ਜਦੋਂ ਤੁਸੀਂ ਜਾ ਰਹੇ ਹੋ ਇੱਦਾਂ ਦੇ ਏਰੀਏ 'ਚ, ਖੇਤੀਬਾੜੀ ਵਾਲੇ ਏਰੀਏ ਦੇ ਵਿੱਚ ਹੀ ਜਾ ਰਹੇ ਹੋ ਕਿਸੇ ਸੜਕ ਦੇ, ਅਤੇ ਤੁਹਾਨੂੰ ਅੱਗੋਂ ਜਿਹੜੀ ਆ ਇੱਕ ਕੋਈ ਕੰਪੈਨ ਜਾਂ ਕੋਈ ਟਰੈਕਟਰ ਜਿਹੜਾ ਆ ਅੱਗੋਂ ਆ ਰਿਹਾ ਆ, ਗੇਗਨ ਆ ਰਿਹਾ ਆ, ਮਤਲਬ ਕਿ ਜਿਹਨੂੰ ਗੇਗਨ ਫਰਕੇਅਰ ਕਹਿੰਦੇ ਆ, ਇੱਦਾਂ ਆ ਰਿਹਾ ਆ। ਅਤੇ ਉਹਨੇ ਜਿਹੜਾ ਆ ਆਪਣਾ ਬੇਲੋਇਸਟੁੰਗ ਜਿਹੜਾ ਆ ਔਨ ਕੀਤੀ ਹੋਈ ਆ, eingeschaltete Beleuchtungen। ਮਤਲਬ ਤੁਸੀਂ ਦੇਖਦੇ ਹੋ ਕਿ ਉਹਨਾਂ ਨੇ ਕਈ ਜਿੱਥੋਂ ਤੱਕ ਚੌੜਾਈ ਹੁੰਦੀ ਆ ਉੱਥੇ ਤੱਕ ਉਹਨਾਂ ਦੀਆਂ ਲਾਈਟਾਂ ਲੱਗੀਆਂ ਹੁੰਦੀਆਂ ਨੇ ਕਿ ਬੰਦੇ ਨੂੰ ਪਤਾ ਲੱਗ ਜਾਏ। ਅਤੇ ਉੱਥੇ ਆਪਾਂ ਨੂੰ ਕੀ ਖਿਆਲ ਰੱਖਣਾ ਚਾਹੀਦਾ ਹੈ। Die Breite der Suchmaschine ist trotz die eingeschaltete Beleuchtung nicht immer erkennbar, ਕਿ ਬੇਸ਼ੱਕ ਉਹਨੇ ਜਿਹੜੀਆਂ ਲਾਈਟਾਂ ਜਗਾਈਆਂ ਹੋਈਆਂ ਨੇ ਸਾਰੇ ਪਾਸੇ ਆਪਣੇ ਜਿੱਥੇ ਤੱਕ ਉਹਦੀ ਪਹੁੰਚ ਹੁੰਦੀ ਆ, ਫਿਰ ਵੀ ਕਹਿੰਦਾ ਹੈ ਕਿ ਸਹੀ ਪਛਾਣ 'ਚ ਨਹੀਂ ਆਉਂਦੀ ਦੂਰੋਂ ਕਿ ਉਹ ਕੰਪੈਨ ਜਾਂ ਉਹ ਟਰੈਕਟਰ ਜਾਂ ਕੋਈ ਵੀ ਚੀਜ਼ ਅੱਗੋਂ ਆ ਰਹੀ ਆ ਉਹ ਕਿੱਥੋਂ ਤੱਕ ਚੌੜੀ ਹੋ ਸਕਦੀ ਆ। ਇਹ ਸਹੀ ਹੋਏਗਾ ਕਿਉਂਕਿ ਹੋ ਸਕਦਾ ਕੋਈ ਲਾਈਟ ਲਗਾਈ ਹੋਈ ਉਹਨੇ ਹੋਵੇ ਤਾਂ ਉਹ ਲਾਈਟ ਲਿਬੜੀ ਹੋਵੇ ਅਤੇ ਸਾਨੂੰ ਦਿਖੇ ਨਾ। Die Suchmaschine kann zwei breite Anhänger mitführen, ਕਿ ਮਤਲਬ ਜਿਹੜੀ ਸੁਗ ਮਸ਼ੀਨਾਂ ਆ ਉਹ ਇੱਕ ਤਾਂ ਆਪ ਚੌੜੀ ਆ, ਕੰਪੈਨ ਜਾਂ ਟਰੈਕਟਰ ਜਾਂ ਟਰਾਲੀ ਕੋਈ ਆਪ ਚੌੜੀ ਆ, ਅਤੇ ਉਹਨੇ ਹੋ ਸਕਦਾ ਪਿੱਛੇ ਵੀ ਉਹਨੇ ਕੋਈ ਚੌੜਾ ਟਰਾਲੀ ਪਾਈ ਹੋਵੇ ਜਾਂ ਅਨਹੈਂਗਰ 'ਤੇ ਆਪਾਂ ਕਹਿੰਦੇ ਪਾਇਆ ਹੋਵੇ। ਇਹ ਵੀ ਹੋ ਸਕਦਾ ਆ। ਇਹ ਨਹੀਂ ਸੋਚਣਾ ਕਿ ਆਹ ਲੰਘ ਗਈ ਆ ਅਤੇ ਹੁਣ ਅੱਗੋਂ ਮੈਂ ਕੱਟ ਮਾਰ ਕੇ ਫਿਰ ਸੜਕ 'ਤੇ ਆ ਜਾ, ਹੋ ਸਕਦਾ ਪਿੱਛੇ ਵੀ ਉਹਦੇ ਕੋਈ ਚੀਜ਼ ਉਹਨੇ ਪਾਈ ਹੋਵੇ। Die Suchmaschinen kann ein breiteres, schlecht erkennbar Arbeitsgerät mitführen। ਇਹ ਵੀ ਹੋ ਸਕਦਾ ਹੈ ਕਿ ਜਿਹੜੀ ਸੁਗ ਮਸ਼ੀਨ ਆ ਕੋਈ ਪਿੱਛੇ ਜਿੱਦਾਂ ਕਹਿ ਕੇ ਹਟਿਆ ਕਿ ਕੋਈ ਡਰਿੱਲ ਪਾਈ ਹੋਵੇ ਉਹਨੇ ਜਾਂ ਕੋਈ ਮਸ਼ੀਨ ਪਾਈ ਹੋਵੇ ਇੱਦਾਂ ਦੀ ਜਿਹੜੀ ਸਾਨੂੰ ਦੂਰੋਂ ਨਾ ਦਿਖਾਈ ਦੇਵੇ ਚੰਗੀ ਤਰੀਕੇ ਨਾਲ। ਨੰਬਰ 3 'ਤੇ ਚਲੇ ਗਏ। Was müssen Sie beachten bevor Sie in einen Tunnel einfahren? ਜੇ ਤੁਸੀਂ ਟਨਲ ਦੇ ਵਿੱਚ ਜਾ ਰਹੇ ਹੋ, ਅੱਗੇ ਤੁਹਾਨੂੰ ਤਕਰੀਬਨ ਹੀ ਜਦੋਂ ਆਪਾਂ ਸੜਕ ਦੇ ਉੱਤੇ ਹੁੰਦੇ ਹਾਂ ਅਤੇ ਅੱਗੇ ਟਨਲ ਆ ਰਹੀ ਹੋਵੇ ਅਤੇ ਪਹਿਲਾਂ ਉਹਦੀਆਂ ਜਿਹੜੇ ਸਾਈਨ ਬੋਰਡ ਆਉਣ ਲੱਗ ਪੈਂਦੇ ਨੇ ਕਿ ਅੱਗੇ ਟਨਲ ਆ, ਅੱਗੇ ਗੁਫਾ ਆ ਜਿਹਦੇ ਵਿੱਚੋਂ ਲੰਘਣਾ ਆ। ਅਤੇ ਜਦੋਂ ਤੁਸੀਂ ਗੁਫਾ ਦੇ ਵਿੱਚੋਂ ਲੰਘਣਾ ਆ ਅਤੇ ਲੰਘਣ ਤੋਂ ਪਹਿਲਾਂ ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਕਿ ਹੁਣ ਤੁਹਾਡੇ ਨਾਲ ਉੱਥੇ ਕੀ ਵਾਪਰ ਸਕਦਾ ਜਾਂ ਕਿਸ ਹਿਸਾਬ ਨਾਲ ਤੁਹਾਡਾ ਬਿਹੇਵੀਅਰ ਹੋਏਗਾ, ਕੀ ਤੁਸੀਂ ਆਪਣਾ ਅੰਦਾਜ਼ਾ ਲਗਾ ਕੇ ਰੱਖੋਗੇ, ਉੱਥੇ ਕੀ ਆਈਡੀਆ ਲਗਾ ਕੇ ਰੱਖੋਗੇ।
Auch am Tage in gut beleuchtete Tunnel mit Ablendelicht fahren। ਕਹਿੰਦਾ ਕਿ ਜੇ ਬੇਸ਼ੱਕ ਦਿਨ ਦਾ ਟਾਈਮ ਆ, ਬੇਸ਼ੱਕ ਅੰਦਰ ਲਾਈਟਾਂ ਵਧੀਆ ਜਲਦੀਆਂ ਪਈਆਂ ਨੇ ਟਨਲ ਦੇ ਅੰਦਰ, ਤਾਂ ਵੀ ਜਿਹੜਾ ਕਿ ਆਪਾਂ ਜਿਹੜੀ ਆ ਅਬਲੈਂਡਲਿਸਟ ਜਿਹੜੀ ਹੁੰਦੀ ਆ ਗੱਡੀ ਦੀ, ਉਹ ਮਤਲਬ ਔਨ ਕਰਕੇ ਵਿੱਚੋਂ ਲੰਘਣਾ ਆ। ਮਤਲਬ ਆਪਣੇ ਨੋਰਮਲ ਲਾਈਟਾਂ ਨਹੀਂ, ਜਿਹੜੀਆਂ ਡਿਮ ਲਾਈਟਾਂ ਹੁੰਦੀਆਂ ਨੇ ਉਹ। ਵੈਸੇ ਤਾਂ ਅੱਜ ਕੱਲ੍ਹ ਸਾਰੀਆਂ ਗੱਡੀਆਂ ਦੇ ਟਾਰਗੇਟ ਫਾਰ ਲਿਸਟ ਹੁੰਦੀ ਆ ਕਿ ਉਹ ਜਿਹੜੀਆਂ ਥੱਲੇ LED ਜਲਦੀਆਂ ਹੁੰਦੀਆਂ ਨੇ ਅਤੇ ਆਟੋਮੈਟਿਕ ਹੀ ਜਗ ਪੈਂਦੀਆਂ ਨੇ ਤਕਰੀਬਨ ਹੀ ਜਦੋਂ ਹਨੇਰਾ ਦਿਖਦੀਆਂ ਨੇ। ਪਰ ਫਿਰ ਵੀ ਉਹਨੇ ਦੱਸਿਆ ਕਿ ਜਿਹੜੇ ਜੇ ਗੱਡੀ ਦੇ ਕਿਸੇ ਦੇ ਨਹੀਂ ਲੱਗੀਆਂ ਤਾਂ ਉਹਨੇ ਡਿਮ ਲਾਈਟਾਂ ਜਿਹੜੀਆਂ ਨੇ ਜਗਾ ਕੇ ਆਪਾਂ ਲੰਘਣਾ ਆ। ਸੁਨ ਬ੍ਰਿਲ ਆਪਨੇਮ, ਜੇ ਆਪਾਂ ਪਹਿਲਾਂ ਕੋਈ ਚਸ਼ਮੇ ਲਗਾਏ ਹੋਏ ਆ ਹੈ ਨਾ, ਕੋਈ ਜਿਹੜੇ ਗੋਗਲਸ ਲਗਾਏ ਹੋਏ ਆ ਜਿਹੜੇ ਧੁੱਪ ਤੋਂ ਬਚਾਉਣ ਵਾਸਤੇ ਹੈ ਨਾ, ਜਿਵੇਂ ਆਪਾਂ ਕੋਈ ਸ਼ੌਂਕੀਆ ਤੌਰ 'ਤੇ ਲਾ ਛੱਡਦੇ ਹਾਂ, ਕੋਈ ਕਾਲੇ ਜਾਂ ਬਲੂ ਜਾਂ ਕਿੱਦਾਂ ਵੀ ਬਰਾਊਨ, ਉਹ ਜਿਹੜੇ ਆਪਾਂ ਲਾਏ ਹੋਏ ਨੇ ਅਤੇ ਆਪਾਂ ਜੇ ਅੰਦਰ ਚਲੇ ਗਏ ਹਨੇਰਾ, ਉੱਥੇ ਬਾਹਰ ਨਾਲੋਂ ਤਾਂ ਹਨੇਰਾ ਹੀ ਹੋਣਾ ਅੰਦਰ, ਬੇਸ਼ੱਕ ਦਿਨ ਦਾ ਟਾਈਮ ਹੋਏ, ਤਾਂ ਆਪਾਂ ਬ੍ਰੀਲਰ ਜਿਹੜੇ ਆ ਲਾ ਲੈਂਦੇ ਹਾਂ, ਆਪਣੇ ਚਸ਼ਮੇ ਲਾ ਲੈਂਦੇ ਹਾਂ। ਹਾਂ, ਨਿਗਾਹ ਵਾਲੇ ਨਹੀਂ ਲਾਣੇ, ਉਹ ਤਾਂ ਟਰਾਂਸਪੇਰੈਂਟ ਹੁੰਦੇ ਆ। ਬਾਕੀ ਜਿਹੜੇ ਦੂਸਰੇ ਆਪਾਂ ਚਸ਼ਮੇ ਫੈਸ਼ਨੇਬਲ ਚਸ਼ਮੇ ਲਾਉਂਦੇ ਹਾਂ ਤਰ੍ਹਾਂ ਤਰ੍ਹਾਂ ਦੇ, ਜੇ ਉਹ ਲਾ ਕੇ ਆਪਾਂ ਡਰਾਈਵ ਕਰ ਰਹੇ ਹਾਂ ਤਾਂ ਆਪਾਂ ਉਹ ਲਾ ਲੈਣੇ ਆ। ਨੇਬਲ ਸ਼ਾਈਨ ਵੈਰਫਾ ਆਈਨਸ਼ਾਲਟਨ, ਅਤੇ ਇੱਥੇ ਥੱਲੇ ਲਿਖਿਆ ਕਿ ਫੋਗ ਲਾਈਟਾਂ ਜਿਹੜੀਆਂ ਔਨ ਕਰ ਲੈਣੀਆਂ, ਉੱਥੇ ਕਿਹੜੀ ਫੋਗ ਹੋਣੀ ਅੰਦਰ, ਇਹ ਗਲਤ ਹੈ, ਇਹ ਨਹੀਂ ਸਹੀ ਹੋਏਗਾ। ਅੱਗੇ ਆ ਗਿਆ wie müssen Sie sich bei einem Stau im Tunnel verhalten। ਜੇ ਤੁਸੀਂ ਟਨਲ ਦੇ ਵਿੱਚ ਚਲੇ ਗਏ ਹੋ, ਅੰਦਰ ਗੁਫਾ ਦੇ ਵਿੱਚ ਵੜ ਗਏ ਹੋ ਅਤੇ ਅੰਦਰ ਜਿਹੜਾ ਹੈ ਜਾਮ ਲੱਗਾ ਹੋਇਆ, ਅਤੇ ਤੁਸੀਂ ਉੱਥੇ ਤੁਹਾਡਾ ਬਿਹੇਵੀਅਰ ਉੱਥੇ ਕਿੱਦਾਂ ਦਾ ਹੋਏਗਾ। ਇਹਦੇ 'ਚ ਪਹਿਲਾ ਆਨਸਰ ਲਿਖਿਆ ਹੈ fahr so Ignition und umgehend verlassen, ਕਿ ਆਪਣੀ ਗੱਡੀ ਨੂੰ ਜਿਹੜਾ ਆ ਆਪਾਂ ਮਤਲਬ ਕਿ ਰੇੜੇ ਨਾ ਆਪਾਂ ਗੱਡੀ ਬੰਦ ਕਰ ਲੈਣੀ ਆ, ਅਤੇ ਪਹਿਲਾ ਗੇਅਰ ਪਾ ਲੈਣਾ ਆ, ਅਤੇ ਆਪਣੀ ਹੈਂਡ ਬ੍ਰੇਕ ਲਾ ਲੈਣੀ ਆ, ਅਤੇ ਗੱਡੀ 'ਚੋਂ ਬਾਹਰ ਨਿਕਲ ਜਾਣਾ ਹੈ। ਇਹ ਗਲਤ ਆ, ਇੱਦਾਂ ਨਹੀਂ ਕਰਨਾ ਆਪਾਂ। ਦੂਜਾ ਲਿਖਿਆ ਕਿ ਵਾਰਨ ਬਲਿੰਕ ਲਿਸਟ ਆਈਨਸ਼ਾਲਟਨ, ਕਿ ਆਪਾਂ ਆਪਣੀ ਜਿਹੜੇ ਸਾਰੇ ਇਸ਼ਾਰੇ ਜਿਹਨੂੰ ਆਪਾਂ ਇਕੱਠੇ ਔਨ ਕਰ ਲਈਦੇ ਨੇ ਉਹ ਆਪਾਂ ਔਨ ਕਰ ਲੈਣੇ, ਇਹ ਸਹੀ ਆ। ਬਾਈ Stillstand mit ca 5 Meter Abstand Sicherheitsabstand zum Vordermann anhalten। ਅਤੇ ਜੇ ਮਤਲਬ ਤੁਸੀਂ ਦੇਖ ਰਹੇ ਹੋ ਕਿ ਗੱਡੀਆਂ ਖੜੀਆਂ ਹੋਈਆਂ ਨੇ, ਅਤੇ ਘੱਟੋ ਘੱਟ ਤੁਸੀਂ ਜਿਹੜਾ ਆ ਆਪਣੇ ਤੋਂ ਅੱਗੇ ਵਾਲੀ ਗੱਡੀ ਦੇ ਦਰਮਿਆਨ ਜਿਹੜਾ ਘੱਟੋ ਘੱਟ 5 ਮੀਟਰ ਦਾ ਜਿਹੜਾ ਵਕਬਾ ਰੱਖਣਾ ਆ, ਅਤੇ ਇਹ ਠੀਕ ਆ। Wodurch kann die Aufmerksamkeit bei einer Tunneldurchfahrt beeinträchtigt werden? ਕਿ ਕਿਹੜੇ ਕਾਰਨ ਹੋ ਸਕਦੇ ਨੇ ਕਿ ਤੁਹਾਡੀ ਜਿਹੜੀ ਆ ਤੁਹਾਡਾ ਧਿਆਨ ਜਿਹੜਾ ਆ ਟਨਲ ਦੇ ਵਿੱਚ ਡਰਾਈਵ ਕਰਦੇ ਸਮੇਂ ਭਟਕ ਜਾਵੇ, ਜਾਂ ਜਿਹੜਾ ਤੁਹਾਡਾ ਧਿਆਨ ਆ, ਤੁਹਾਡਾ ਕੰਸਨਟਰੇਸ਼ਨ ਆ, ਉਹ ਘਟੇ, ਜਾਂ ਉਹਦੇ ਵਿੱਚ ਕਮੀ ਆ ਜਾਵੇ। ਅਤੇ ਥੱਲੇ ਲਿਖਿਆ ਆ ਕਿ ਗੂਟ, ਪਹਿਲਾ ਆਨਸਰ ਲਿਖਿਆ ਕਿ ਗੂਟ ਫਾਬਾਨ ਮਾਕੀਰੂਨ, ਕਿ ਜੇ ਸੜਕ ਦੇ ਉੱਪਰ ਜਿਹੜੀਆਂ ਲਾਈਨਾਂ ਵਗੀਆਂ ਹੁੰਦੀਆਂ ਨੇ, ਜੇ ਉਹ ਸਹੀ ਚਮਕਣੀਆਂ ਅਤੇ ਵਧੀਆ ਗੂੜੀਆਂ ਵਗੀਆਂ, ਅਤੇ ਉਹਨਾਂ ਕਰਕੇ ਜੇ ਆਪਾਂ ਦਾ ਧਿਆਨ ਪੜੇਗਾ ਤਾਂ ਇਹ ਸਹੀ ਨਹੀਂ ਹੋਏਗਾ। ਬਲੋਸ਼ਟੂੰਗਸ ਰਿਫਲੈਕਸ਼ਨ durch den Gegenverkehr, ਇਹ ਠੀਕ ਆ, ਕਿ ਜੇ ਅੱਗੋਂ ਗੱਡੀਆਂ ਆ ਰਹੀਆਂ ਟਨਲ ਦੇ ਵਿੱਚ ਅਤੇ ਉਹ ਸਾਨੂੰ ਰਿਫਲੈਕਟ ਕਰ ਰਹੀਆਂ ਨੇ, ਅਤੇ ਉਹਦੇ ਨਾਲ ਜਿਹੜਾ ਸਾਡੀ ਆ ਧਿਆਨ ਹੈ, ਕੰਸਨਟਰੇਸ਼ਨ ਜਿਹੜਾ ਆ ਉਹ ਉਹਦੇ 'ਚ ਕਮੀ ਆਉਂਦੀ ਆ। ਅਤੇ ਟਨਲ ਲੈਂਗ, ਅਤੇ ਇਹ ਵੀ ਸਹੀ ਆ ਕਿ ਜੇ ਲੰਬੀ ਟਨਲ ਆ, ਆਪਾਂ ਦੇਖੀਏ ਕਿ ਆਪਾਂ ਮੈਂ ਵੀ ਪਿੱਛੇ ਜੇ ਇਟਲੀ ਗਿਆ ਸੀ, ਅਤੇ ਆਪਾਂ ਜੇ ਸਵਿਟਜ਼ਰਲੈਂਡ ਦੇ ਵਿੱਚੋਂ ਲੰਘੀਏ ਅਤੇ ਉੱਥੇ 20-21 ਕਿਲੋਮੀਟਰ ਦੀਆਂ ਵੀ ਟਨਲ ਹੈਗੀਆਂ ਨੇ, ਹੋਰ ਵੀ ਵੱਡੀਆਂ ਹੋ ਸਕਦੀਆਂ ਜਿਹਦਾ ਮੈਨੂੰ ਨਹੀਂ ਪਤਾ। ਅਤੇ ਜਿਵੇਂ ਲੰਬੀ ਟਨਲ ਹੋਵੇ ਤਾਂ ਉਹਦੇ ਨਾਲ ਵੀ ਬੰਦਾ ਜਿਹੜਾ ਨਾ ਅੱਕ ਜਾਂਦਾ ਹੈ, ਜਿੱਦਾਂ ਗੱਡੀ ਚਲਾ ਜਾਵੇ ਟਨਲ ਦੇ ਅੰਦਰ ਹੀ, ਅਤੇ ਉਹਦੇ ਨਾਲ ਵੀ ਜਿਹੜਾ ਆ ਅਣਗਹਿਲੀ ਹੋ ਸਕਦੀ ਆ ਬੰਦੇ ਕੋਲੋਂ, ਅਤੇ ਇਹਦੇ ਕਰਕੇ ਵੀ ਹੋ ਸਕਦਾ। Welche grundlegenden Verhaltenregeln müssen Sie im Tunnel beachten? ਕਿ ਬੇਸਿਕ ਜਿਹੜੇ ਆਪਾਂ ਕਾਨੂੰਨ ਕਹਿ ਲਈਏ, ਜੇ ਆਪਾਂ ਟਨਲ ਦੇ ਵਿੱਚ ਗੱਡੀ ਚਲਾ ਰਹੇ ਹਾਂ, ਗੁਫਾ ਦੇ ਵਿੱਚ ਚਲਾ ਰਹੇ ਹਾਂ, ਅਤੇ ਸਾਨੂੰ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਆ, ਅਤੇ ਤਾਂ ਕਿ ਸਾਡਾ verhalten ਉਹਨਾਂ ਦੇ ਮੁਤਾਬਕ ਹੋਵੇ। Auch am Tag im gut beleuchteten Tunnel mit Ablendelicht fahren। ਇਹ ਦੇਖੋ ਪਹਿਲਾਂ ਵੀ ਸਵਾਲ ਲੰਘ ਕੇ ਗਿਆ, ਥੋੜ੍ਹਾ ਜਿਹਾ ਘੁਮਾ ਕੇ ਪੁੱਛ ਲਿਆ ਇੱਥੇ, ਠੀਕ ਆ ਜੀ। ਬੇਸ਼ੱਕ ਦਿਨ ਹੋਵੇ, ਆਪਾਂ ਜਿਹੜਾ ਆ ਡਿਮ ਲਾਈਟਾਂ ਲਗਾ ਕੇ ਹੀ ਗੱਡੀ ਵਿੱਚੋਂ ਡਰਾਈਵ ਕਰਕੇ ਲੰਘਣਾ ਆ। ਅਤੇ ਬਾਕੀ ਅਗਲਾ ਲਿਖਿਆ ਨਿਸ਼ਟ ਵੈਂਡਨ, ਇਹ ਵੀ ਸਹੀ ਆ ਕਿ ਆਪਾਂ ਟਨਲ ਦੇ ਵਿੱਚ ਕਦੀ ਕੋਸ਼ਿਸ਼ ਨਹੀਂ ਕਰਨੀ ਕਿ ਆਪਾਂ ਹੁਣ ਗੱਡੀ ਨੂੰ ਨਾ ਇੱਥੇ ਘੁਮਾ ਲਈਏ, ਮੋੜ ਲਈਏ, ਆਪਾਂ ਗਲਤ ਆ ਗਏ ਅੰਦਰ, ਇਹ ਨਹੀਂ ਕੋਸ਼ਿਸ਼ ਕਰਨੀ। Anweisungen und Informationen das Tunnelpersonal Folge leisten।
ਤੇ ਜੇ ਤੁਹਾਨੂੰ ਕੋਈ ਗੁਫਾ ਦੇ ਵਿੱਚ ਵੜਨ ਲੱਗਿਆ ਜਾਂ ਅੰਦਰ ਕੋਈ ਬੰਦਾ ਟੱਕਰ ਜਾਂਦਾ ਹੈ ਜਿਹੜਾ ਉੱਥੇ ਤੁਹਾਨੂੰ ਕੁਛ ਇਸ਼ਾਰੇ ਕਰ ਰਿਹਾ ਕਿ ਇੱਧਰ ਨੂੰ ਜਾਓ, ਇੱਦਾਂ ਕਰੋ, ਇੱਥੇ ਰੁਕ ਜਾਓ, ਜਾਂ ਕੋਈ ਉੱਥੇ ਕਾਨੂੰਨ ਤੁਹਾਡੇ 'ਤੇ ਲਾਗੂ ਹੋ ਰਹੇ ਨੇ, ਜਾਂ ਕੋਈ ਅੰਦਰ ਵੜਨ ਲੱਗਿਆ ਕੋਈ ਇਨਫੋਰਮੇਸ਼ਨ ਆਉਂਦੀ ਆ, ਜਾਂ ਕਿਤੇ ਮਤਲਬ ਜਾਮ ਲੱਗ ਜਾਂਦਾ ਆ ਅਤੇ ਕੋਈ ਉੱਥੇ ਸਪੀਕਰ ਦੇ ਵਿੱਚ ਕੁਛ ਬੋਲਿਆ ਜਾਂਦਾ ਆ ਅਤੇ ਆਪਾਂ ਉਹਨਾਂ 'ਤੇ ਅਮਲ ਕਰਨਾ ਆ, ਇਹ ਠੀਕ ਰਹੇਗਾ। Bitte starte das Video, dich mit der Situation vertraut zu machen। ਆਪਾਂ ਹੁਣ ਇਹ ਵੀਡੀਓ ਸਟਾਰਟ ਕਰਨੀ ਹੈ ਤਾਂ ਦੇਖਣਾ ਆ ਕਿ ਸਾਨੂੰ ਇੱਥੇ ਹਮੇਸ਼ਾ ਵੀਡੀਓ ਦੇ ਵਿੱਚ ਜਿਵੇਂ ਮੈਂ ਕਹਿੰਦਾ ਹੁੰਦਾ ਆ ਕਿ ਸ਼ੀਸ਼ਿਆਂ ਦੇ ਵਿੱਚ ਵੇਖਣਾ ਆ, ਸਾਈਡ ਦੇ ਸੱਜੇ ਖੱਬੇ ਉੱਪਰ, ਅਤੇ ਅੱਗੇ ਵੀ ਧਿਆਨ ਰੱਖਣਾ ਆ, ਅਤੇ ਆਪਾਂ ਦੇਖਣਾ ਹੈ ਕਿ ਕੋਈ ਇੱਥੋਂ ਸਾਡੇ ਸਾਹਮਣੇ ਯਕਦਮ ਕੋਈ ਵੜ ਲੱਗਾ ਜਾਂ ਨਿਕਲ ਲੱਗਾ। ਅਤੇ ਹੁਣ ਆਪਾਂ ਦੇਖਦੇ ਹਾਂ ਕਿ ਸਾਡੇ ਕੋਲ ਪੁੱਛਿਆ ਕੀ ਗਿਆ, wie verhalten Sie sich jetzt, ਕਿ ਇੱਦਾਂ ਦੀ ਸਿਚੁਏਸ਼ਨ 'ਚ ਤੁਹਾਡਾ ਬਿਹੇਵੀਅਰ ਕੀ ਹੋਏਗਾ। nach links ausweichen, ਕਿ ਤੁਸੀਂ ਜਿਹੜਾ ਆ ਲਿੰਕਸ ਮਤਲਬ ਕਿ ਤੁਸੀਂ ਖੱਬੇ ਪਾਸੇ ਨੂੰ ਜਿਹੜਾ ਆ ਗੱਡੀ ਨੂੰ ਕੱਟ ਮਾਰੋਗੇ, ਸਹੀ ਨਹੀਂ ਹੋਏਗਾ, ਕਿਉਂਕਿ ਅੱਗੋਂ ਵੀ ਤੁਹਾਡੀ ਗੱਡੀ ਆ ਰਹੀ ਆ, ਉਹ ਬਾਈਕ ਆ ਰਹੀ ਆ, ਹੈ ਨਾ, ਅਤੇ ਆਪਾਂ ਇੱਦਾਂ ਨਹੀਂ ਕਰ ਸਕਦੇ। verzögern und bremsbereit sein, ਹਾਂ ਆਪਣੇ ਆਪ ਨੂੰ ਡਿਲੇ ਕਰ ਲਵੋ ਅਤੇ ਬ੍ਰੇਕ ਲਾਉਣ ਦੀ ਤਿਆਰੀ 'ਚ ਰਹੋ। gleichmäßig weiterfahren, ਇਹ ਨਹੀਂ ਸਹੀ ਹੋਏਗਾ ਕਿ ਆਪਾਂ ਜਿਵੇਂ ਜਾ ਰਹੇ ਉਵੇਂ ਹੀ ਜਾਈਏ, ਅਤੇ ਇਹ ਸਿਰਫ ਸੈਂਟਰ ਵਾਲਾ ਸਹੀ ਰਹੇਗਾ। ਅੱਗੇ ਆ ਗਏ, ਸੋ Sie wollen nach rechts abbiegen, wie sollten Sie sich verhalten। ਹੁਣ ਦੇਖੋ ਆਪਾਂ ਇੱਦਾਂ ਦੇ ਇੱਕ ਚੁਰਾਹੇ 'ਤੇ ਪਹੁੰਚ ਗਏ ਹਾਂ, ਅਤੇ ਆਪਾਂ ਇਸ਼ਾਰਾ ਵੀ ਲਾਇਆ ਹੋਇਆ ਸੱਜੇ ਪਾਸੇ ਨੂੰ ਮੁੜਨ ਵਾਲਾ, ਅਤੇ ਇੱਧਰੋਂ ਸਾਈਕਲ ਵਾਲਾ ਬੰਦਾ ਵੀ ਜਾ ਰਿਹਾ, ਅਤੇ ਆਪਾਂ ਹੁਣ ਦੇਖਦੇ ਹਾਂ ਕਿ ਸਾਡੇ ਕੋਲ ਪੁੱਛਿਆ ਕੀ ਗਿਆ। vor dem Radfahrer abbiegen, ਕਿ ਸਾਈਕਲ ਵਾਲੇ ਤੋਂ ਪਹਿਲਾਂ ਜਿਹੜਾ ਆ ਆਪਾਂ ਗੱਡੀ ਮੋੜ ਲੈਣੀ ਆ, ਗਲਤ ਆ, ਇਹ ਨਹੀਂ ਸਹੀ। den Radfahrer durchfahren lassen, ਬਿਲਕੁਲ ਸਹੀ ਆ, ਕਿਉਂਕਿ ਉਹਨੂੰ ਸਿੱਧਾ ਜਾਣਾ ਹੋ ਸਕਦਾ ਆ, ਆਪਾਂ ਉਹਨੂੰ ਜੇ ਲੰਘ ਲੈਂਦੀ ਹੈ। Schulterblick durchführen, ਇੱਥੇ ਬਹੁਤ ਜ਼ਰੂਰੀ ਗੱਲ ਆ ਕਿ ਆਪਾਂ ਮੋਢੇ ਤੋਂ ਤੁਹਾਨੂੰ ਘੁਮਾ ਕੇ ਇੱਕ ਵਾਰੀ ਵੇਖਣਾ ਕਿ ਪਿੱਛੋਂ ਹੋਰ ਨਾ ਕੋਈ ਸਾਈਕਲ ਵਾਲਾ ਜਾਂ ਕੋਈ ਹੋਰ ਨਾ ਬੰਦਾ ਸਾਡੇ ਪਿੱਛੇ ਚੜਿਆ ਹੋਵੇ, ਜਿਹੜਾ ਕਈ ਵਾਰੀ ਤੇਜ਼ੀ 'ਚ ਹੁੰਦੇ ਆ, ਤੇਜ਼ੀ ਦੇ ਲਈ ਸਾਡੇ ਕੋਲ ਕੋਈ ਖਤਰਾ ਪੈਦਾ ਨਾ ਹੋ ਜਾਏ, ਇਹ ਚੀਜ਼ ਦਾ ਖਿਆਲ ਰੱਖਣਾ ਹੈ, ਠੀਕ ਹੈ ਜੀ। ਅਤੇ ਇਹ Schulterblick ਵਾਲਾ ਵੀ ਸੀਖ ਆ, ਅਤੇ ਅੱਗੇ ਚਲਦੇ ਹਾਂ। womit müssen Sie rechnen, ਆਪਾਂ ਹੁਣ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਆ, ਦੇਖੋ ਤੁਸੀਂ ਫੋਟੋ 'ਤੇ, ਹੈ ਨਾ, ਅਤੇ ਹੁਣ ਆਪਾਂ ਜਿਹੜਾ ਆ ਥੱਲੇ ਵੇਖਦੇ ਹਾਂ ਕਿ ਪੁੱਛਿਆ ਕੀ, ਮਤਲਬ ਪੁੱਛਿਆ ਸਾਡੇ ਕੋਲ ਕਿ ਤੁਸੀਂ ਇੱਦਾਂ ਦੀ ਸਿਚੁਏਸ਼ਨ ਵਿੱਚ ਕੀ ਤੁਹਾਨੂੰ ਖਿਆਲ ਰੱਖਣਾ ਚਾਹੀਦਾ ਆ। Fußgänger könnten vor dem Transporter die Fahrbahn überqueren, ਇੱਦਾਂ ਦੇ ਬਹੁਤ ਸਾਰੇ ਸੇਮ ਸਵਾਲ ਵਾਰ-ਵਾਰ ਆਈ ਜਾਂਦੇ ਆ, ਅਤੇ ਇਹ ਬਿਲਕੁਲ ਸਹੀ ਆ। ਇੱਦਾਂ ਦੀ ਸਿਚੁਏਸ਼ਨ ਵਿੱਚ ਹੋ ਸਕਦਾ ਆ ਕਿ ਆ ਜਿਹੜਾ ਚਿੱਟੀ ਗੱਡੀ ਖਲੋਤੀ ਆ, ਟਰਾਂਸਪੋਰਟ ਆ, ਇਹਦੇ ਸਾਹਮਣੇ ਕੋਈ ਬੰਦਾ ਤੁਰ ਕੇ ਜਿਹੜਾ ਸੜਕ ਪਾਰ ਕਰਨੀ ਚਾਹੁੰਦਾ ਹੋਵੇ, ਇਹ ਹੋ ਸਕਦਾ ਹੈ। Das Motorrad könnte nach links ausscheren, ਅਤੇ ਜਿਹੜੀ ਅੱਗੇ ਸਾਡੇ ਬਾਈਕ ਜਾ ਰਹੀ ਹੈ, ਹੋ ਸਕਦਾ ਆ ਕਿ ਇਹ ਖੱਬੇ ਪਾਸੇ ਨੂੰ ਕੱਟ ਮਾਰ ਦੇ। Die Personen neben der Transporter könnten weiter auf die Fahrbahn treten, ਅਤੇ ਜਿਹੜੇ ਲੋਕ ਟਰਾਂਸਪੋਰਟਰ ਦੇ ਕੋਲ ਖੜੇ ਨੇ, ਇੱਕ ਤਾਂ ਉਹਨਾਂ ਨੇ ਕਿਹਾ ਕਿ ਉਹਦੇ ਅੱਗਿਓਂ, ਹੁਣ ਜਿਹੜੇ ਕੋਲ ਖਲੋਤੇ ਨੇ ਉਹ ਵੀ ਹੋ ਸਕਦਾ ਆ ਕਿ ਯਕਦਮ ਜਿਹੜਾ ਆ ਸਾਡੀ ਜਿਹੜੀ ਫਾਹਬਾਨ ਆ ਸਾਡੀ ਸੜਕ ਦੇ ਉੱਪਰ ਆ ਜਾਣ, ਇਹ ਵੀ ਹੋ ਸਕਦਾ ਹੈ। ਸੋ ਅੱਗੇ ਚੱਲ ਗਏ 10 ਨੰਬਰ 'ਤੇ ਆ, ਦੇਖੋ ਹੁਣ ਬਰਫ ਹੀ ਬਰਫ ਪਈ ਆ, ਕੀ ਪੁੱਛਦੇ ਸਾਡੇ ਕੋਲੋਂ। Vor dem Motorrad möchten eine PKW auf die Fahrbahn zurücksetzen, womit müssen Sie rechnen। ਤੁਸੀਂ ਦੇਖੋ ਅੱਗੇ ਮੋਟਰਸਾਈਕਲ ਜਾ ਰਹੀ ਹੈ, ਤੁਸੀਂ ਪਿੱਛੇ ਹੋ, ਅਤੇ ਅੱਗੇ ਤੁਸੀਂ ਦੇਖ ਰਹੇ ਹੋ ਕਿ ਇੱਕ ਜਿਹੜੀ ਗੱਡੀ ਆ ਪਾਰਕ 'ਚੋਂ ਨਿਕਲ ਰਹੀ ਆ, ਅਤੇ ਸੜਕ 'ਤੇ ਬੈਕ ਲਾ ਕੇ ਸੜਕ 'ਤੇ ਆਉਣਾ ਚਾਹੁੰਦੀ ਆ, ਮਤਲਬ ਪਾਰਕ 'ਚੋਂ ਨਿਕਲ ਕੇ ਅਤੇ ਹੁਣ ਕਿਤੇ ਚੱਲੇ ਹੋਣੇ ਆ। ਅਤੇ ਇੱਥੇ ਹੁਣ ਸਾਨੂੰ ਕੀ ਖਿਆਲ ਰੱਖਣਾ ਚਾਹੀਦਾ। Das meine Bremsweg länger als normaler wird, ਬਿਲਕੁਲ ਸਹੀ ਆ। ਜਿੱਥੇ ਵੀ ਸਲਾਬਾ ਆ ਜਾਂ ਬਰਫ਼ ਆ ਜਾਂ ਬੱਦਲ ਪੈ ਰਿਹਾ, ਹੈ ਨਾ, ਅਤੇ ਹਮੇਸ਼ਾ ਉੱਥੇ ਜਿਹੜੀ ਆ ਬ੍ਰੈਮਸਵੇਗ ਹੁੰਦੀ ਆ ਲਹਿੰਗਾ ਹੋ ਜਾਂਦੀ, ਕਿਉਂਕਿ ਟਾਇਰਾਂ ਦੀ ਥੱਲੇ ਸੜਕ ਦੇ ਨਾਲ ਪਕੜ ਨਹੀਂ ਹੁੰਦੀ। Das der PKW weiter zurücksetzt, ਅਤੇ ਇਹ ਵੀ ਹੋ ਸਕਦਾ ਆ ਕਿ ਜਿਹੜੀ ਗੱਡੀ ਬੈਕ ਕਰਕੇ ਆ ਰਹੀ ਆ, ਹੋ ਸਕਦਾ ਆਪਾਂ ਇਹ ਨਹੀਂ ਸੋਚਣਾ ਕਿ ਹੁਣ ਇੰਨੀ ਕੁ ਆ ਗਈ, ਉਹਨੇ ਹੋਰ ਨਹੀਂ ਪਿੱਛੇ ਆਉਣਾ, ਹੋ ਸਕਦਾ ਉਹ ਹੋਰ ਥੋੜ੍ਹਾ ਪਿੱਛੇ ਆਵੇ, ਇਹ ਵੀ ਹੋ ਸਕਦਾ ਹੈ। Das Motorrad plötzlich abgebremst wird, ਬਿਲਕੁਲ ਸਹੀ ਆ। ਜੇ ਅਗਲਾ ਗੱਡੀ ਵਾਲਾ ਬੈਕ ਆਏਗਾ ਅਤੇ ਹੋਰ ਥੋੜ੍ਹਾ ਬੈਕ ਆਏਗਾ, ਅਤੇ ਯਕਦਮ ਹੋ ਸਕਦਾ ਕਿ ਬਾਈਕ ਵਾਲੇ ਨੂੰ ਬ੍ਰੇਕ ਵੀ ਲਾਉਣੀ ਪੈ ਜੇ, ਇਹ ਵੀ ਹੋ ਗਿਆ। ਅੱਗੇ ਸਾਡੇ ਕੋਲ ਪੁੱਛਿਆ ਜਾਂਦਾ
Warum sind Sie besonders gefährdet, wenn Sie ein Zweirad fahren? ਤੁਸੀਂ ਖਾਸ ਕਰਕੇ ਕਹਿ ਲਓ ਕਿ ਕਿਉਂ ਜ਼ਿਆਦਾ ਡੇਂਜਰ ਖਤਰੇ 'ਚ ਹੁੰਦੇ ਹੋ ਜਦੋਂ ਤੁਸੀਂ ਦੋ ਟਾਇਰਾਂ ਵਾਲਾ ਵਾਹਨ, ਦੋ ਟਾਇਰਾਂ ਵਾਲੀ ਗੱਡੀ ਚਲਾਉਂਦੇ ਹੋ, ਜਿੱਦਾਂ ਬਾਈਕ ਹੋ ਗਿਆ, ਸਾਈਕਲ ਵੀ ਹੋ ਗਿਆ, ਸਕੂਟੀ ਹੋ ਗਈ। Weil ich leicht zu übersehen bin, ਕਿਉਂਕਿ ਅਸੀਂ ਕਿਸੇ ਨੂੰ ਹੋ ਸਕਦਾ ਕਿ ਦਿਖਾਈ ਨਾ ਦਈਏ, ਕਿਸੇ ਪਰਛਾਵੇਂ 'ਚ ਲੁਕ ਜਾਈਏ, ਜਾਂ ਕਿਤੋਂ ਪਿੱਛੇ ਅੱਗੋਂ ਗੱਡੀ ਦੀ ਆਪਾਂ ਰਾਤ ਦਾ ਟਾਈਮ ਆ, ਅੱਗੋਂ ਕੋਈ ਗੱਡੀ ਆ ਰਹੀ ਆ ਤੇ ਉਹਦੀ ਰਿਫਲੈਕਟ, ਉਹਦਾ ਕੋਈ ਚਮਕਾਰਾ ਸਾਡੀਆਂ ਅੱਖਾਂ 'ਚ ਪੈਂਦਾ ਤੇ ਛੋਟੀ ਦੋ ਟਾਇਰਾਂ ਵਾਲੀ ਗੱਡੀ ਸਾਨੂੰ ਦਿਖਾਈ ਨਾ ਦੇਵੇ। ਬਹੁਤ ਸਾਰੇ ਇੱਦਾਂ ਦੇ ਕਾਰਨ ਹੋ ਜਾਂਦੇ ਆ। Weil meine Geschwindigkeit unterschätzt werden kann, ਤੇ ਇਹ ਵੀ ਬਿਲਕੁਲ ਸਹੀ ਆ ਕਿ ਜੋ ਛੋਟੀ ਗੱਡੀ ਆ ਤੇ ਉਹਦੀ ਜਿਹੜੀ ਸਪੀਡ ਆ, ਉਹ ਜਿਹੜਾ ਉਹਦਾ ਐਸਟੀਮੇਟ ਆਪਾਂ ਲਾਉਣਾ ਹੈ ਕਿ ਉਹ ਇੰਨੀ ਕੁ ਸਪੀਡ 'ਤੇ ਜਾ ਰਿਹਾ, ਉਹ ਵੀ ਜਿਹੜਾ ਆ ਬਹੁਤ ਗਲਤ ਲਾ ਲੈਂਦਾ ਬੰਦਾ ਕਿ ਉਹ ਮੋਟਰਸਾਈਕਲ 'ਤੇ ਜਾ ਰਿਹਾ ਯਾਰ 20 ਤੇ ਹੋਣਾ, 30 ਤੇ ਹੋਣਾ, 50 ਤੇ ਹੋਣਾ, ਤੇ ਉਹ ਵੀ ਬੰਦਾ ਦੂਜਾ ਜਿਹੜਾ ਉਹਦੇ ਐਸਟੀਮੇਟ ਲਾਉਣਾ ਉਹਦੇ ਲਈ ਔਖਾ ਹੋ ਜਾਂਦਾ ਹੈ। Weil ich bei Unfällen ein höheres Verletzungsrisiko habe, ਰੱਬ ਨਾ ਕਰੇ ਜੇ ਦੋ ਟਾਇਰਾਂ ਵਾਲੀ ਗੱਡੀ ਦਾ ਐਕਸੀਡੈਂਟ ਹੋ ਜੇ, ਹੱਬੀ ਨੱਬੀ ਹੋ ਜੇ, ਉਹਦੇ 'ਤੇ ਜਿਹੜਾ ਬੰਦਾ ਡਰਾਈਵਰ ਹੁੰਦਾ ਜਾਂ ਪਿੱਛੇ ਬੈਠਾ ਹੁੰਦਾ ਉਹਦਾ ਜ਼ਿਆਦਾ ਨੁਕਸਾਨ ਹੋ ਜਾਂਦਾ ਆ ਚਾਰ ਟਾਇਰਾਂ ਵਾਲੀ ਗੱਡੀ ਦੇ ਮੁਕਾਬਲੇ। ਇਹ ਸਾਰੇ ਠੀਕ ਆ। Auf einer stark befahrenen Straße mit mehreren Fahrstreifen haben Sie sich zum Linksabbiegen eingeordnet. Sie möchten nun stattdessen nach rechts abbiegen. Wie verhalten Sie sich? ਕਿ ਤੁਸੀਂ ਕਿਸੇ ਐਸੀ ਸੜਕ 'ਤੇ ਹੋ ਜਿੱਥੇ 3 ਜਾਂ 4 ਲਾਈਨਾਂ ਵਾਲੀ ਸੜਕ ਆ, ਅਤੇ ਤੁਸੀਂ ਜਿਹੜਾ ਆ ਖੱਬੇ ਪਾਸੇ ਨੂੰ ਮੋੜਨ ਲਈ ਇਸ਼ਾਰਾ ਲਾਇਆ ਅਤੇ ਖੱਬੇ ਪਾਸੇ ਗੱਡੀ ਲਾ ਲਈ, ਖੱਬੇ ਪਾਸੇ ਵਾਲੇ ਪਾਸੇ ਨੂੰ ਜਿੱਧਰੋਂ ਤੀਰ ਹੁੰਦੇ, ਨਿਸ਼ਾਨ ਹੁੰਦੇ ਨਾ, ਉੱਧਰ ਚਲੇ ਗਏ। ਅਤੇ ਹੁਣ ਤੁਸੀਂ ਚਾਹੁੰਦੇ ਹੋ ਕਿ ਨਹੀਂ, ਮੈਂ ਤਾਂ ਗਲਤ ਆ ਗਿਆ, ਮੈਂ ਹੁਣ ਸੱਜੇ ਮੁੜਨਾ ਸੀ, ਅਤੇ ਹੁਣ ਤੁਸੀਂ ਇੱਥੇ ਕੀ ਕਰੋਗੇ, ਤੁਹਾਡਾ ਇੱਥੇ ਕਿੱਦਾਂ ਦਾ ਬਿਹੇਵੀਅਰ ਹੋਏਗਾ। ਅਤੇ ਥੱਲੇ ਦੇਖਦੇ ਹਾਂ, Ich fahre mit eingeschaltetem Warnblinklicht rückwärts, ਕਿ ਮੈਂ ਵਾਰਨਬਲਿੰਕ ਔਨ ਕਰ ਲਾਂਗਾ ਆਪਣੇ ਸਾਰੇ ਇਸ਼ਾਰੇ 'ਤੇ, ਬੈਕ ਗੱਡੀ ਤੋਰ ਲਾਂਗਾ। ਇਹ ਬਿਲਕੁਲ ਗਲਤ ਆ, ਇੱਦਾਂ ਆਪਾਂ ਨਹੀਂ ਕਰਨਾ। ਜੇ ਆਪਾਂ ਖਾਸ ਕਰਕੇ ਇੱਦਾਂ ਦੀ ਸੜਕ 'ਤੇ ਜਿੱਥੇ ਜ਼ਿਆਦਾ ਲਾਈਨਾਂ ਹੋਣ, 3 ਜਾਂ 4 ਜਾਂ 2 ਜਾਂ 3 ਵੀ ਕਹਿ ਲਈਏ, ਅਤੇ ਜੇ ਆਪਾਂ ਖੱਬੇ ਪਾਸੇ ਲਾ ਬੈਠੇ ਹਾਂ ਜਾਂ ਸੱਜੇ ਲਾ ਬੈਠੇ ਹਾਂ, ਅਤੇ ਆਪਾਂ ਉੱਥੋਂ ਇੱਦਾਂ ਨਹੀਂ ਕਰ ਸਕਦੇ, ਇਹ ਗਲਤ ਆ। Ich biege im großen Bogen nach rechts ab, ਅਤੇ ਇਹ ਵੀ ਗਲਤ ਆ ਕਿ ਮੈਂ ਉੱਤੋਂ ਦੀ ਘੁਮਾ ਕੇ ਗੱਡੀ ਸੱਜੇ ਪੂਰਾ ਵੇਖ ਕੇ ਇੱਧਰਲੇ ਪਾਸੇ ਸ਼ੋਲਡਰ ਬ੍ਰੇਕ ਵੀ ਵੇਖ ਲਾਂਗਾ, ਅਤੇ ਪਿੱਛੋਂ ਗੱਡੀਆਂ ਤਾਂ ਨਹੀਂ ਆਉਂਦੀਆਂ ਪਈਆਂ, ਅਤੇ ਮੈਂ ਉੱਤੋਂ ਦੀ ਘੁਮਾ ਕੇ ਜਿਹੜਾ ਆ ਸੱਜੇ ਨੂੰ ਮੋੜ ਲਾਂਗਾ ਗੱਡੀ। ਇਹ ਵੀ ਗਲਤ ਆ, ਇਹ ਵੀ ਨਹੀਂ ਆਪਾਂ ਕਰ ਸਕਦੇ। ਇਹਦਾ ਨੁਕਸਾਨ ਵੀ ਹੋ ਜਾਂਦਾ ਹੈ। ਜਿੱਥੇ ਇੱਦਾਂ ਦੀ ਸੜਕ ਹੋਈ ਉੱਥੇ ਕੈਮਰੇ ਵੀ ਲੱਗੇ ਹੋਣੇ ਆ, ਅਤੇ ਇਹ ਵੈਸੇ ਵੀ ਨਹੀਂ ਸਹੀ, ਅਤੇ ਇਹਦਾ ਸਾਨੂੰ ਰਾਈਟ ਵੀ ਨਹੀਂ ਹੈਗਾ। Ich biege nach links ab, ਬਿਲਕੁਲ ਸਹੀ ਹੈ। ਜੇ ਆਪਾਂ ਹੁਣ ਗੱਡੀ ਗਲਤ ਲਾ ਹੀ ਲਈਏ ਤਾਂ ਆਪਾਂ ਹੁਣ ਉੱਧਰ ਨੂੰ ਹੀ ਮੋੜ ਲਈਏ, ਅਤੇ ਗਾਂਹ ਜਾ ਕੇ ਵੇਖੀਏ ਕਿ ਹੁਣ ਆਪਾਂ ਕਿਹੜੇ ਪਾਸਿਓਂ ਸੱਜੇ ਪਾਸੇ ਨੂੰ ਆਉਣਾ ਆ। ਠੀਕ ਹੈ ਜੀ, ਇਹੀ ਸਹੀ ਹੈ ਇਕੱਲਾ। An meiner Fahrtroute befindet sich ein Tunnel. Was sollte ich wissen? ਕਿ ਜੇ ਆਪਾਂ ਪਲਾਨ ਕੀਤਾ, ਆਪਾਂ ਕਿਤੇ ਜਾ ਰਹੇ ਹਾਂ ਹੈ ਨਾ, ਅਤੇ ਰਾਹ ਦੇ ਵਿੱਚ ਇੱਕ ਟਨਲ ਆਉਣੀ ਆ ਸਾਡੀ ਰੂਟ ਦੇ ਉੱਪਰ, ਸਾਡੀ ਜਿੱਧਰ ਨੂੰ ਆਪਾਂ ਜਾਣਾ ਆ, ਕਿਸੇ ਵੀ ਸ਼ਹਿਰ ਨੂੰ ਜਾਂ ਕਿਸੇ ਵੀ ਦੇਸ਼ ਨੂੰ, ਆਪਾਂ ਨੂੰ ਕਿਹੜੀਆਂ ਗੱਲਾਂ ਦਾ ਪਤਾ ਹੋਣਾ ਚਾਹੀਦਾ ਹੈ। Ich sollte wissen, wie ich mein Fahrzeug abstelle und verlasse, wenn ich nicht mehr weiterfahren kann. ਮੈਨੂੰ ਪਤਾ ਹੋਣਾ ਚਾਹੀਦਾ ਆ ਕਿ ਜੇ ਇਹੋ ਜਿਹੀ ਸਿਚੁਏਸ਼ਨ ਆ ਗਈ ਕਿ ਜਿੱਥੇ ਗੱਡੀ ਆਪਾਂ ਨਹੀਂ ਅੱਗੇ ਲਿਜਾ ਸਕਦੇ, ਅਤੇ ਆਪਾਂ ਕਿੱਦਾਂ ਗੱਡੀ ਨੂੰ ਉੱਥੇ ਛੱਡਣਾ ਆ, ਕਿੱਦਾਂ ਵਿੱਚੋਂ ਨਿਕਲਣਾ ਆ, ਅਤੇ ਕਿੱਦਾਂ ਗੱਡੀ ਨੂੰ ਉੱਥੇ ਛੱਡ ਕੇ ਬਾਹਰ ਨਿਕਲਣਾ ਆ ਜੇ ਆਪਾਂ ਅੱਗੇ ਨਹੀਂ ਜਾ ਸਕਦੇ। Ich sollte wissen, wie Fluchtwege in Tunnel ausgewiesen sind, ਕਿ ਜੇ ਆਪਾਂ ਪਹਿਲੀ ਵਾਰ ਜਾ ਰਹੇ ਹਾਂ ਇਹੋ ਜਿਹੀ ਟਨਲ ਦੇ ਵਿੱਚ, ਅਤੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਟਨਲ ਬਾਰੇ ਥੋੜ੍ਹਾ ਬਹੁਤਾ, ਕਿ ਜਿੱਥੇ ਐਗਜ਼ਿਟ ਹੁੰਦੇ ਨੇ, ਐਮਰਜੈਂਸੀ ਰਾਹ ਹੁੰਦੇ ਨੇ, ਜਿਹੜੇ ਫਲੂਸ਼ਟਵੇਗ ਹੁੰਦੀਆਂ ਨੇ, ਐਗਜ਼ਿਟ ਐਮਰਜੈਂਸੀ ਰਾਹ ਹੁੰਦੇ ਨੇ, ਜਿਨ੍ਹਾਂ ਦੇ ਰਾਹੀਂ ਆਪਾਂ ਟਨਲ ਦੇ ਵਿੱਚੋਂ ਬਾਹਰ ਨਿਕਲਣਾ ਹੈ, ਉਹਨਾਂ ਦਾ ਸਾਨੂੰ ਥੋੜ੍ਹਾ ਬਹੁਤਾ ਪਤਾ ਹੋਣਾ ਚਾਹੀਦਾ ਹੈ। Ich kann darauf vertrauen, dass im Notfall immer rechtzeitig Hilfskräfte zur Stelle sind. ਨਹੀਂ, ਮੈਨੂੰ ਪੂਰਾ ਯਕੀਨ ਆ ਕਿ ਜੇ ਕੋਈ ਇੱਦਾਂ ਦੀ ਐਮਰਜੈਂਸੀ ਬਣ ਜਾਂਦੀ ਆ, ਅਤੇ ਉੱਥੇ ਜਿਹੜੇ ਹੈਲਪ ਕਰਨ ਵਾਲੇ ਲੋਕ ਪਹੁੰਚ ਜਾਂਦੇ ਆ, ਬੇਸ਼ੱਕ ਉਹ ਫਾਇਰ ਬ੍ਰਿਗੇਡ ਦੇ ਹੋਣ ਜਾਂ ਬੇਸ਼ੱਕ ਉਹ RDSA ਵਾਲਿਆਂ ਦੇ ਹੋਣ, ਜਾਂ ਕਿਤੇ ਵੀ ਟਾਈਮ ਨਾਲ ਉੱਥੇ ਪਹੁੰਚ ਜਾਂਦੇ ਆ। ਇਹ ਇੱਦਾਂ ਨਹੀਂ ਆਪਾਂ ਸੋਚ ਕੇ ਚੱਲਣਾ, ਕਦੀ ਵੀ ਕੁਛ ਵੀ ਹੋ ਸਕਦਾ ਹੈ ਜਿੱਥੇ ਟਾਈਮ ਨਾਲ ਕੋਈ ਵੀ ਮਦਦ ਨਾ ਪਹੁੰਚੇ, ਇਹ ਆਪਾਂ ਨਹੀਂ ਸੋਚ ਕੇ ਚੱਲਣਾ। Während der Fahrt
in einem Tunnel bemerken Sie eine Feuer in Ihrem Fahrzeug ਕਿ ਤੁਸੀਂ ਇੱਕ ਗੱਡੀ ਆਪਣੀ ਡਰਾਈਵ ਕਰਕੇ ਜਾ ਰਹੇ ਹੋ ਕਿਸੇ ਟਨਲ ਦੇ ਵਿੱਚੋਂ ਤੇ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੀ ਗੱਡੀ ਦੇ ਵਿੱਚ ਕਿਤੇ ਅੱਗ ਲੱਗ ਗਈ ਆ, ਕਿਤੋਂ ਧੂੰਆਂ ਨਿਕਲ ਰਿਹਾ ਜਾਂ ਅੱਗ ਲੱਗ ਗਈ ਆ। Das Verlass des Tunnels ist nicht mehr möglich ਤੇ ਹੁਣ ਤੁਸੀਂ ਬਹੁਤ ਅੰਦਰ ਆ ਚੁੱਕੇ ਹੋ ਕਿ ਯਕਦਮ ਤੁਸੀਂ ਜਿਹੜਾ ਆ ਹੁਣ ਟਨਲ ਨੂੰ ਛੱਡ ਵੀ ਨਹੀਂ ਸਕਦੇ, ਬਾਹਰ ਡਰਾਈਵ ਕਰਕੇ ਜਾ ਵੀ ਨਹੀਂ ਸਕਦੇ। Wie verhalten Sie sich ਕਿ ਤੁਹਾਡਾ ਇਹੋ ਜਿਹੀ ਸਿਚੁਏਸ਼ਨ ਵਿੱਚ ਵਰਤਾਰਾ ਕਿਵੇਂ ਦਾ ਹੋਏਗਾ। ਤੇ ਇਹਦਾ ਜਿਹੜਾ ਆਨਸਰ ਹੈ ਪਹਿਲਾ ਲਿਖਿਆ ਆ Ich halte möglichst weit rechts oder in eine Pannenbucht und ਕਿ ਮੈਂ ਕੋਸ਼ਿਸ਼ ਕਰਾਂਗਾ ਗੱਡੀ ਨੂੰ ਜ਼ਿਆਦਾ ਤੋਂ ਜ਼ਿਆਦਾ ਜਿੰਨਾ ਹੋ ਸਕਦਾ ਸੱਜੇ ਪਾਸੇ ਵੱਲ ਨੂੰ ਕਰਕੇ ਖਿਲਾਰਾਂ, ਜਿੰਨਾ ਥੱਲੇ ਲਾ ਸਕਾਂ ਟਨਲ ਦੇ ਵਿੱਚ ਜਿੰਨੀ ਥਾਂ ਹੋਵੇ ਗੁਫਾ ਦੇ ਵਿੱਚ ਜਾਂ ਕਿਸੇ ਪਨਬੁਖਤ ਵਿੱਚ, ਤੇ ਜਿਹੜਾ ਇੰਜਣ ਆ ਮੈਂ ਬੰਦ ਕਰ ਦਿਆਂਗਾ। ਤੇ ਉੱਦਾਂ ਹੀ ਮੈਂ ਗੱਡੀ ਖਿਲਾਰ ਕੇ ਤੇ ਫਿਰ ਮੈਂ ਜਿਹੜੀ ਆ ਲਾਸ ਦਿਨ ਸੁਨਸ਼ਲੂਸਲ ਸਟੇਕਨ ਕਿ ਮੈਂ ਉਹਦੀ ਜਿਹੜੀ ਗੱਡੀ ਦੀ ਚਾਬੀ ਵਿੱਚੇ ਰਹਿਣ ਦਿਆਂਗਾ। ਤੇ ਤੀਜਾ ਆ ਕਿ ਮੈਂ ਉੱਥੇ ਗੱਡੀ ਖਿਲਾਰ ਕੇ ਇੰਜਨ ਬੰਦ ਕਰਾਂਗਾ ਤੇ ਚਾਬੀ ਵਿੱਚੇ ਰਹਿਣ ਦਿਆਂਗਾ ਤੇ ਜਿਹੜੇ ਵਾਰਨ ਬਲਿੰਕ ਜਿਹੜਾ ਆ ਸਾਰੇ ਇਸ਼ਾਰੇ ਮੈਂ ਉਹਦੇ ਔਨ ਕਰ ਦਿਆਂਗਾ। ਠੀਕ ਹੈ, ਚਾਬੀ ਵਿੱਚ ਕਿਉਂ ਰਹਿਣ ਦਿਆਂਗਾ ਕਿ ਜਦੋਂ ਆਪਾਂ ਬਾਹਰ ਨਿਕਲਣਾ ਆ ਤੇ ਕਿਸੇ ਦੂਜੀ ਕੋਈ ਆਪਾਂ ਫੋਨ ਕਰਾਂਗੇ ਕਿਸੇ ਨੂੰ ਹੈਲਪ ਵਾਸਤੇ, ਕੋਈ ਫਾਇਰ ਬ੍ਰਿਗੇਡ ਵਾਲੇ ਆ ਜਾਂਦੇ ਨੇ ਤੇ ਉਹ ਜਦੋਂ ਗੱਡੀ ਦੇ ਕੋਲ ਜਾਣਗੇ ਤੇ ਜੇ ਚਾਬੀ ਵਿੱਚ ਹੋਏਗੀ ਤੇ ਉਹ ਆਪਣੀ ਸੇਫਟੀ ਦੇ ਨਾਲ ਗੱਡੀ ਦੇਖਣਗੇ ਕਿ ਇਹਨੂੰ ਆਪਾਂ ਬਚਾ ਸਕਦੇ ਹਾਂ ਕਿ ਨਹੀਂ ਬਚਾ ਸਕਦੇ। ਤੇ ਜੇ ਚਾਬੀ ਵੀ ਨਾ ਵਿੱਚ ਹੋਈ ਤੇ ਜੋ ਕੋਈ ਹੈਲਪ ਕਰਨ ਵਾਲੀ ਕੋਈ ਉੱਥੇ ਕੋਈ ਸਰਵਿਸ ਪਹੁੰਚ ਵੀ ਗਈ ਤੇ ਉਹ ਕਿੱਦਾਂ ਗੱਡੀ ਖੋਲਣਗੇ ਜੇ ਉਦੋਂ ਤੱਕ ਅੱਗ ਨਾ ਫੈਲੀ ਹੋਈ, ਜਾਂ ਜੇ ਤੇ ਬਹੁਤ ਹੀ ਫੈਲ ਗਈ ਐਕਸਪਲੋਡ ਹੋ ਗਿਆ ਫਿਰ ਤਾਂ ਚਲੋ ਕੰਮ ਹੀ ਖਤਮ ਹੋ ਗਿਆ। ਪਰ ਜੇ ਥੋੜ੍ਹੀ ਧੂੰਆਂ ਤਾਂ ਨਿਕਲਦਾ ਹੋਇਆ ਤੇ ਉਹਨਾਂ ਨੂੰ ਜਾ ਕੇ ਬੁਝਾਉਣੀ ਹੋਵੇ ਤੇ ਫਿਰ ਉਹ ਕਿਸ ਤਾਂ ਪਹੁੰਚਣਗੇ ਜਿਹਦੇ ਵਿੱਚ ਗੱਡੀ ਚਾਬੀ ਲੱਗੀ ਹੋਈ ਆ, ਇਸ ਕਰਕੇ, ਨਹੀਂ ਤਾਂ ਗੱਡੀ ਨੇ ਲੋਕ ਹੋ ਜਾਣਾ ਹੈ। ਸੋ ਅੱਗੇ ਆ ਗਏ während der Fahrt in einem Tunnel haben Sie Ihr Fahrzeug wegen eines Feuers noch im Tunnel abstellen müssen. Wie verhalten Sie sich jetzt? ਕਿ ਤੁਸੀਂ ਡਰਾਈਵ ਕਰਦੇ ਪਏ ਸੀ ਤਾਂ ਗੱਡੀ ਦੇ ਵਿੱਚ ਅੱਗ ਤੁਹਾਨੂੰ ਮਹਿਸੂਸ ਹੋਈ ਕਿ ਧੂੰਆਂ ਨਿਕਲ ਲੱਗ ਪਿਆ, ਤੁਸੀਂ ਉੱਥੇ ਗੱਡੀ ਖਿਲਾਰ ਕੇ ਵਿੱਚੋਂ ਬਾਹਰ ਨਿਕਲ ਆਏ ਤੇ ਹੁਣ ਤੁਹਾਡੇ ਬਿਹੇਵੀਅਰ ਕਿੱਦਾਂ ਦਾ ਹੋਏਗਾ। Ich löse Feuerwehralarm an der Notrufstation aus ਕਿ ਜਿਹੜੇ ਨੋਟਰੂਫ ਸਟੇਸ਼ਨ ਬਣੇ ਹੁੰਦੇ ਆ ਉੱਥੇ ਜਾ ਕੇ ਮੈਂ ਫਾਇਰਵੇਅਰ ਅਲਾਰਮ ਜਿਹੜਾ ਆ ਉਹਨੂੰ ਮੈਂ ਖਿੱਚਾਂਗਾ, ਰੱਸੀ ਖਿੱਚਾਂਗਾ ਜਾਂ ਮੈਂ ਉੱਥੇ ਜਾ ਕੇ ਉਹਨੂੰ ਔਨ ਕਰਾਂਗਾ, ਜਿੱਦਾਂ ਦਾ ਵੀ ਉੱਥੇ ਸਿਸਟਮ ਹੋਵੇ ਕਿ ਫਾਇਰ ਬ੍ਰਿਗੇਡ ਵਾਲੇ ਆਉਣ ਉੱਥੇ ਪਹੁੰਚਣ। Ich lösche das Feuer soweit möglich ਕਿ ਮੈਂ ਕੋਸ਼ਿਸ਼ ਕਰਾਂਗਾ ਜੇ ਮੇਰੀ ਗੱਡੀ 'ਚ ਮੇਰੇ ਕੋਲ ਕੋਈ ਸਾਧਨ ਹੈਗਾ ਤੇ ਮੈਂ ਉਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਾਂਗਾ। Ich schließe meine Fahrzeug ab ਦੇਖਿਆ ਇੱਥੇ ਉਹੀ ਗਲਤੀ ਜਿਹੜੀ ਪਹਿਲਾਂ ਕਹਿ ਕੇ ਆਪਾਂ ਚਾਬੀ ਰੱਖਣੀ ਆ ਤੇ ਇੱਥੇ ਦੁਬਾਰਾ ਘੁਮਾ ਕੇ ਸਾਡੇ ਕੋਲ ਪੁੱਛ ਲਿਆ ਕਿ ਮੈਂ ਗੱਡੀ ਨੂੰ ਜਿਹੜਾ ਲੋਕ ਲਾ ਦਿਆਂਗਾ, ਇਹ ਨਹੀਂ ਸਹੀ ਹੋਏਗਾ। ਇੱਥੇ ਵੀਡੀਓ ਕਹਿੰਦਾ ਚਲਾਓ bitte starte das Video um dich mit der Situation vertraut zu machen ਤੇ ਆਪਾਂ ਦੇਖਦੇ ਹਾਂ ਵੀਡੀਓ 'ਚ ਕੀ ਸਾਡੇ ਕੋਲ ਪੁੱਛਿਆ ਜਾਂਦਾ। ਹਮੇਸ਼ਾ ਸੱਜੇ ਖੱਬੇ ਦੇਖਣਾ ਆ, ਸ਼ੀਸ਼ੇ 'ਚ ਦੇਖਣਾ ਆ। ਦੇਖੋ ਦੋ ਲਾਈਨਾਂ ਸਾਡੀਆਂ ਜਾਣ ਵਾਲੀਆਂ, ਦੋ ਇੱਧਰੋਂ ਆਉਣ ਵਾਲੀਆਂ ਨੇ। ਗੱਡੀ ਇੱਧਰ ਨੂੰ ਮੋੜ ਲਈ ਤੇ ਗੱਡੀ ਨੇ ਇਸ਼ਾਰਾ ਵੀ ਲਾਇਆ। ਚਲੋ ਦੇਖਦੇ ਹਾਂ ਸਾਡੇ ਕੋਲ ਕੀ ਪੁੱਛਿਆ ਜਾਂਦਾ। womit müssen Sie rechnen ਕਿ ਉਹ ਟਰੱਕ ਵਾਲਾ ਸੀ ਜਿਹੜਾ ਮੁੜਨ ਲੱਗਾ ਸੀ ਤੇ ਉਹਨੇ ਇਸ਼ਾਰਾ ਵੀ ਲਾਇਆ ਸੀ ਤੇ ਹੁਣ ਤੁਸੀਂ ਵੀ ਦੇਖਿਆ ਹੋਣਾ, ਜੇ ਨਹੀਂ ਦੇਖਿਆ ਤੇ ਵੀਡੀਓ ਨੂੰ ਦੁਬਾਰਾ ਪਲੇ ਕਰ ਲਿਓ ਤੇ ਮੈਂ ਹੁਣ ਜਵਾਬ ਵਾਲੇ ਪਾਸੇ ਜਾਣਾ। dass der LKW vor mir im rechten Fahrstreifen bleibt ਕਿ ਜਿਹੜੀ ਉਹ ਗੱਡੀ ਆ ਉਹ ਨਹੀਂ ਉਹ ਸੱਜੇ ਪਾਸੇ ਹੀ ਰਹੇਗੀ, ਨਹੀਂ ਰਹੇਗੀ ਕਿਉਂਕਿ ਉਹ ਵੱਡੀ ਗੱਡੀ ਆ, ਲੰਮੀ ਗੱਡੀ ਆ, ਉਹਨੇ ਮੁੜਨਾ ਬੇਸ਼ੱਕ ਸੱਜੇ ਨੂੰ ਆ ਪਰ ਉਹਨੇ ਵਧਾ ਕੇ ਮੋੜ ਕੱਟਣਾ ਆ, ਯਾਨੀ ਕਿ ਉਹਨੇ ਚੜਾਉਣਾ ਆ ਪਹਿਲਾਂ ਖੱਬੇ ਪਾਸੇ ਨੂੰ ਤਾਂ ਜੋ ਪਿਛਲੇ ਟਾਇਰ ਜਿਹੜੇ ਆ ਗੱਡੀ ਦੇ ਉਹ ਸੜਕ ਤੋਂ ਹੀ ਲੰਘਣ, ਨਾ ਕਿ ਕਿਸੇ ਗੁੱਠ ਦੇ ਉੱਪਰ ਗੁੱਠ ਨੂੰ ਭੰਨ ਕੇ ਲੰਘਣ ਸੜਕ ਦੀ। ਇਸ ਕਰਕੇ ਉਹ ਮੁੜਨ ਬੇਸ਼ੱਕ ਸੱਜੇ ਨੂੰ ਲੱਗਾ ਪਰ ਉਹ ਖੱਬੇ ਪਾਸੇ ਨੂੰ ਚੜਾ ਕੇ ਗੱਡੀ ਆਏਗਾ, ਇਸ ਕਰਕੇ ਇਹ ਨਹੀਂ ਹੋ ਸਕਦਾ ਕਿ ਉਹ ਸੱਜੀ ਲਾਈਨ 'ਚ ਹੀ ਰਹੇਗਾ। dass der LKW vor mir weiter ausschwenkt ਇਹ ਬਿਲਕੁਲ ਸਹੀ ਆ ਕਿ ਉਹ ਜਿਹੜਾ ਆ ਹੋਰ ਬਾਹਰ ਨੂੰ ਆ ਸਕਦਾ ਹੈ। dass der LKW vor mir plötzlich stehen bleibt ਤੇ ਇਹ ਵੀ ਹੋ ਸਕਦਾ ਹੈ ਕਿ ਯਕਦਮ ਉਹਨੂੰ ਮੁੜਨ ਤੋਂ ਪਹਿਲਾਂ ਉਹ ਯਕਦਮ ਰੁਕ ਜਾਵੇ ਕਿ ਅੱਗੋਂ ਕੋਈ ਬੰਦੇ ਨੇ ਸੜਕ ਪਾਰ ਕਰਨੀ ਹੋ ਸਕਦੀ ਆ ਜਾਂ ਕੋਈ ਬੱਚਾ, ਕੁਛ ਵੀ ਹੋ ਸਕਦਾ, ਇੱਧਰ ਪਾਰਕ ਵੀ ਆ ਤੇ ਉਹ ਯਕਦਮ ਬ੍ਰੇਕ ਵੀ ਲਾ ਸਕਦਾ ਹੈ। ਸੋ ਇਹ ਸਹੀ ਹੋ ਗਿਆ।
ਹੁਣ ਆਪਾਂ ਜਾ ਰਹੇ ਹਾਂ ਤੇ ਆ ਦੇਖੋ ਇਧਰੋਂ ਟਰੱਕ ਲੰਘ ਗਿਆ, ਅੱਗੋਂ ਕਿਸੇ ਨੇ ਰਸਤਾ ਪਾਰ ਕੀਤਾ, ਇਧਰੋਂ ਮੋਟਰਸਾਈਕਲ ਵਾਲਾ ਵੀ ਕਾਲਾ ਹੀ ਆ ਤੇ ਇਹ ਗੱਡੀ ਨੇ ਅੱਗੋਂ ਮੁੜਨਾ ਆ ਸੱਜੇ ਤੇ ਆਪਾਂ ਵੀ ਸੱਜੇ ਮੁੜਨਾ ਆ, ਇਸ਼ਾਰਾ ਲਾਇਆ ਤੇ ਸਾਡੇ ਇਧਰੋਂ ਸਾਈਕਲ ਵਾਲਾ ਵੀ ਆ ਰਿਹਾ ਤੇ ਆਪਾਂ ਹੁਣ ਖਿਆਲ ਸਾਡੇ ਕੋਲ ਵੇਖਦੇ ਹਾਂ ਕਿ ਸਾਡੇ ਕੋਲ ਕੀ ਪੁੱਛਿਆ ਗਿਆ। ਤੇ worauf müssen Sie jetzt achten ਕਿ ਤੁਸੀਂ ਇਸ ਸਿਚੁਏਸ਼ਨ ਦੇ ਵਿੱਚ ਕਿਹੜੀ ਚੀਜ਼ ਦਾ ਖਿਆਲ ਰੱਖੋਗੇ। ਆਫ ਦਸ ਫਾਰਦ ਬਿਲਕੁਲ ਜਿਹੜੀ ਸਾਈਕਲ ਸਾਡੇ ਸੱਜੇ ਪਾਸਿਓਂ ਆਉਣ ਲੱਗੀ ਆ, ਜਿਹੜੀ ਸਾਨੂੰ ਓਵਰਟੇਕ ਕਰਨ ਲੱਗੀ ਸੱਜੇ ਪਾਸਿਓਂ, ਕਿਉਂਕਿ ਆਪਾਂ ਰੁਕੇ ਸੀ ਉਹ ਤੇ ਆ ਰਹੀ ਸੀ ਉਹਦੇ ਤੇ। ਆਫ ਦਸ ਮੋਟੋਰਾਦ ਮੋਟਰਸਾਈਕਲ ਵਾਲਾ ਤਾਂ ਲੰਘ ਗਿਆ ਸਿੱਧਾ ਹੀ, ਆਪਾਂ ਤੇ ਮੁੜ ਲੱਗੇ ਆ ਸੱਜੇ ਪਾਸੇ ਨੂੰ ਹਨਾ, ਤੇ ਇਸ ਕਰਕੇ ਉਹਦਾ ਆਪਾਂ ਖਿਆਲ ਨਹੀਂ ਰੱਖਣਾ। ਆਫ ਦਿਨ ਫॉर ਆਸ ਫਾਰਨ ਦਨ ਪਿਕਾਵੇ ਕਿ ਜਿਹੜੀ ਸਾਡੇ ਅੱਗੇ ਗੱਡੀ ਆ ਸੱਜੇ ਮੁੜ ਲੱਗੀ ਆ, ਹੋ ਸਕਦਾ ਉਹ ਵੀ ਸਾਈਕਲ ਵਾਲੇ ਨੂੰ ਵੇਖ ਕੇ ਰੁਕ ਜੇ ਤੇ ਆਪਾਂ ਉਹਦਾ ਵੀ ਖਿਆਲ ਰੱਖਣਾ ਆ। ਸੋ bitte starte das Video dich mit der Situation vertraut zu machen ਤੇ ਆਪਾਂ ਇੱਥੇ ਜਾ ਰਹੇ ਹਾਂ, ਦੇਖੋ ਇੱਦਾਂ ਇੱਥੇ ਸ਼ਿਲਡ ਆ ਗਈ ਹੈ ਫੋਫਾਤ ਗਵੇਰਨ ਦੀ ਕਿ ਆਪਾਂ ਜੇ ਇੱਥੇ ਹੋਇਆ ਤੇ ਸਾਨੂੰ ਜਿਹੜਾ ਆ ਫੋਫਾਤ ਦੇਣੀ ਵੀ ਪਏਗੀ ਤੇ ਇੱਥੇ ਲੈਣਾ ਪਾਉਂਦੇ ਆ। ਫਿਰ ਫੋਫਾਤ ਗਵੇਰਨ ਆ ਗਿਆ ਤੇ ਅੱਗੋਂ ਇੱਕ ਜਿਹੜੀ ਆ ਸਾਈਕਲ ਵਾਲਾ ਇੱਧਰ ਨੂੰ ਜਾ ਰਿਹਾ ਆ ਤੇ ਵੇਖਦੇ ਆ ਸਾਡੇ ਕੋਲ ਕੀ ਪੁੱਛਿਆ ਗਿਆ। weshalb müssen Sie hier warten ਤੁਸੀਂ ਇੱਥੇ ਤੁਸੀਂ ਕਿਉਂ ਵੇਟ ਕਰੋਗੇ। ਤੇ ਹੁਣ ਆਪਾਂ ਦੇਖਦੇ ਹਾਂ ਵੇਗਨ ਦਸ ਗ੍ਰੀਨ PKW ਕਿ ਇੱਧਰੋਂ ਜਿਹੜੀ ਆ ਗੱਡੀ ਆ ਉਹਦੇ ਕਰਕੇ, ਪਰ ਉਹ ਤਾਂ ਖਲੋਤੀ ਹੋਈ ਆ। ਵੇਗਨ ਦਸ ਫੁਸਗੈਂਗਰਸ ਕਿ ਜਿਹੜੇ ਪੈਦਲ ਤੁਰਨ ਵਾਲੇ ਲੋਕ ਉਹਨਾਂ ਕਰਕੇ ਜਿਹੜੇ ਉਹ ਵੀ ਖਲੋਤੇ ਹੋਏ ਨੇ। ਵੇਗਨ ਦਿਆ ਰਾਤ ਫਾਰਰਿਨ ਹਾਂ ਇਹ ਠੀਕ ਆ, ਉਹ ਸਾਈਕਲ ਵਾਲੀ ਇੱਕ ਇੱਧਰੋਂ ਆ ਰਹੀ ਸੀ ਤੇ ਆਪਾਂ ਨੂੰ ਉਹਦਾ ਧਿਆਨ ਰੱਖਣਾ ਆ ਤੇ ਆਪਾਂ ਇੱਥੇ ਹੀ ਵੇਟ ਕਰ ਲਈਏ, ਅੱਗੇ ਸਾਡੇ ਲੈਣ ਆਉਣੀ ਹੈਗੀ, ਇਹ ਠੀਕ ਹੈ। ਹੁਣ ਆਪਾਂ ਆ ਗਏ ਹਾਂ 19ਵੇਂ ਸਵਾਲ ਤੇ ਅੱਜ ਦੇ। ਇਹਦੇ ਸਾਡੇ ਕੋਲ ਪੁੱਛਿਆ ਗਿਆ ਬਿtte start das Video, ਆਪਾਂ ਵੀਡੀਓ ਸਟਾਰਟ ਕਰਨੀ ਆ ਤੇ ਵੇਖਦੇ ਆ ਸਾਡੇ ਕੋਲ ਇੱਥੇ ਕੀ ਪੁੱਛਿਆ ਜਾਂਦਾ ਆ, ਫਿਰ ਉੱਦਾਂ ਦੀ ਹੀ ਸੜਕ ਆ। ਸੋ ਇੱਥੇ ਸਾਡੇ ਕੋਲ ਕੀ ਪੁੱਛਿਆ ਗਿਆ ਆਪਾਂ ਇੱਥੇ ਵੇਖਦੇ ਹਾਂ। weshalb müssen Sie hier warten ਤੁਸੀਂ ਇੱਥੇ ਤੁਸੀਂ ਕਿਉਂ ਵੇਟ ਕਰੋਗੇ, ਕਿਉਂ ਤੁਹਾਨੂੰ ਇੱਥੇ ਵੇਟ ਕਰਨੀ ਪਏਗੀ। ਵੇਗਨ ਦਿਆ ਰਾਤ ਫਾਰਰਿਨ ਜਿਹੜੀ ਉਹ ਸਾਈਕਲ ਚਲਾ ਰਹੀ ਉਹਦੇ ਕਰਕੇ। ਵੇਗਨ ਦਿਆ ਫੁਸਗੈਂਗਰ ਜਿਹੜੇ ਉਹ ਲੋਕ ਖਲੋਤੇ ਨੇ ਉੱਥੇ ਉਹਨਾਂ ਕਰਕੇ, ਪੈਦਲ ਤੁਰਨ ਵਾਲੇ ਲੋਕ। ਜਾਂ ਫਿਰ ਵੇਗਨ ਦਿਸ ਰੋਟਨ PKW ਉਹ ਜਿਹੜੀ ਲਾਲ ਗੱਡੀ ਆ ਉਹ ਇੱਥੋਂ ਆ ਲੱਗੀ ਆ, ਉਹਦੀ ਪਹਿਲ ਹੋਣੀ ਆ ਕਿਉਂਕਿ ਸਾਡੇ ਅੱਗੇ ਸ਼ਿਲਡ ਲੱਗੀ ਆ ਫੋਫਾਤ ਗਵੇਰਨ ਲਾਇਸਤਨ ਦੀ, ਆਪਾਂ ਫੋਫਾਤ ਦੇਣੀ ਆ, ਇਸ ਕਰਕੇ ਆਪਾਂ ਇੱਥੇ ਵੇਟ ਕਰਾਂਗੇ, ਉਹਨੂੰ ਪਹਿਲਾਂ ਮੋੜ ਲੈਣ ਦਿਆਂਗੇ। ਫਿਰ ਵੀਡੀਓ ਵਾਲਾ ਸਵਾਲ ਆ ਗਿਆ 30 ਦੀ ਸਪੀਡ। ਇੱਥੇ ਥੱਲੇ ਕੁਝ ਵੀ ਲਿਖਿਆ ਵੀ ਸੀਗਾ, ਇੱਥੇ ਸੜਕ ਦੇ ਵੀ ਕੋਈ ਇੱਦਾਂ ਦੇ ਟੋਏ ਟਿੱਬੇ ਜਿਹੇ ਵੀ ਹੈਗੇ ਆ ਤੇ ਸਾਡੇ ਪਿੱਛੇ ਵੀ ਗੱਡੀ ਚੜੀ ਹੋਈ ਆ ਤੇ ਉਹ ਸਾਡੇ ਸਾਹਮਣੇ ਕੁੱਤਾ ਵੀ ਆ ਗਿਆ, ਠੀਕ ਆ ਜੀ। ਤੇ ਹੁਣ ਦੇਖਦੇ ਹਾਂ ਸਾਡੇ ਪੁੱਛਿਆ ਗਿਆ wie verhalten Sie sich jetzt richtig ਇੱਥੇ ਹੁਣ ਤੁਹਾਡਾ ਸਹੀ ਬਿਹੇਵੀਅਰ ਜਿਹੜਾ ਸਹੀ ਵਰਤਾਰਾ ਕੀ ਹੋਏਗਾ। ich weiche nach rechts aus ਕਿ ਮੈਂ ਗੱਡੀ ਜਿਹੜੀ ਕੁੱਤਾ ਆ ਗਿਆ ਤੇ ਮੈਂ ਸੱਜੇ ਪਾਸੇ ਨੂੰ ਗੱਡੀ ਲਾ ਲਾਂਗਾ, ਇਹ ਨਹੀਂ ਸਹੀ ਹੋਏਗਾ। ich halte das Lenkrad gerade und fest ਕਿ ਮੈਂ ਆਪਣੀ ਸਟੀਅਰਿੰਗ ਆ ਘੁੱਟ ਕੇ ਫੜ ਲਾਂਗਾ ਤੇ ਸਿੱਧਾ ਰੱਖਾਂਗਾ। ich weiche nach links aus ਕਿ ਮੈਂ ਹੁਣ ਗੱਡੀ ਨੂੰ ਖੱਬੇ ਪਾਸੇ ਨੂੰ ਜਿਹੜਾ ਆ ਕੱਟ ਮਾਰਾਂਗਾ, ਉਧਰੋਂ ਵੀ ਟਰੱਕ ਆ ਰਿਹਾ ਆਪਾਂ ਉਧਰੋਂ ਵੀ ਨਹੀਂ ਮਾਰਨਾ, ਤੇ ਇਹ ਸਹੀ ਹੋਏਗਾ ਲਾਈਕ, ਠੀਕ ਆ ਜੀ। ਤੇ ਇਹ ਸੀ ਅੱਜ ਦੇ 20 ਸਵਾਲ ਤੇ ਇਹਦੇ ਵਿੱਚ ਜਦੋਂ ਪੁੱਛਿਆ ਗਿਆ ਸੀ ਕਿ ਤੁਸੀਂ ਕਿਉਂ ਹੁਣ ਸਟੀਅਰਿੰਗ ਨੂੰ ਘੁੱਟ ਕੇ ਫੜ ਲਓਗੇ। ਹੋ ਸਕਦਾ ਹੈ ਕਿ ਕਿਉਂਕਿ ਕੁੱਤਾ ਯਕਦਮ ਨਿਕਲਿਆ ਆ, ਹੁਣ ਕੁੱਤੇ ਨੂੰ ਬਚਾਉਣ ਦੇ ਚੱਕਰ 'ਚ ਮੈਂ ਯਕਦਮ ਬ੍ਰੇਕ ਲਾਣਾ ਪਿਛਲੀ ਗੱਡੀ ਨੇ ਵਿੱਚ ਠੁੱਕ ਜਾਣਾ ਹੈ, ਠੀਕ ਆ ਜੀ। ਤੇ ਜਿਹੜੀ ਜੇ ਮੈਂ ਇੱਧਰ ਨੂੰ ਕੱਟ ਮਾਰਨਾ ਆ ਤੇ ਅੱਗੋਂ ਟਰੱਕ ਨੇ ਨੁਕਸਾਨ ਕਰ ਦੇਣਾ ਮੇਰਾ, ਤੇ ਜੇ ਮੈਂ ਥੱਲੇ ਗੱਡੀ ਲਾਣਾ ਆ ਨੀਵੀਂ ਜਗ੍ਹਾ ਆ ਤੇ ਮੇਰਾ ਫਿਰ ਵੀ ਨੁਕਸਾਨ ਹੋਣਾ ਆ। ਇਸ ਕਰਕੇ ਹੁਣ ਕੁੱਤੇ ਨੂੰ ਬਚਾਉਂਦਾ ਮੈਂ ਜ਼ਿਆਦਾ ਵੱਡਾ ਨੁਕਸਾਨ ਕਰ ਸਕਦਾ ਆ। ਮੈਂ ਹੁਣ ਕੋਸ਼ਿਸ਼ ਕਰਾਂ ਕਿ ਸਟੀਅਰਿੰਗ ਘੁੱਟ ਕੇ ਫੜ ਲਾਂ, ਕੁੱਤਾ ਟਾਇਰਾਂ ਥੱਲੇ ਆ ਕੇ ਮੇਰੀ ਗੱਡੀ ਦੀ ਜਿਹੜੀ ਆ ਵਹਾਅ ਆ ਜਿਹੜਾ ਉਹ ਨਾ ਖਰਾਬ ਹੋ ਜਾਵੇ। ਹੁਣ ਬਾਕੀ ਚਲੋ ਜੋ ਹੋਏਗਾ ਵੇਖੀ ਜਾਏਗੀ, ਇਸ ਕਰਕੇ ਕਿਹਾ ਸੀ ਉਹਨਾਂ ਨੇ। ਤੇ ਇਹ ਸਨ ਅੱਜ ਦੇ 20 ਸਵਾਲ। ਤੇ ਬਾਕੀ ਜਿਹੜੇ ਭੈਣ ਭਰਾ ਨਵੇਂ ਆਏ ਚੈਨਲ ਤੇ ਪਲੀਜ਼ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਬਾ ਲਓ ਤਾਂ ਜੋ ਆਉਣ ਵਾਲੇ ਸਾਰੇ ਪਾਰਟ ਸਾਰੀਆਂ ਇਨਫੋਰਮੇਟਿਵ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾ ਕਰਨ। ਜੇ ਕੋਈ ਗੁਸਤਾਖੀ ਹੋ ਜਾਂਦੀ ਹੈ ਤੁਹਾਡਾ ਲਵ ਸਿੰਘ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਚਾਹੁੰਦਾ ਹੈ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਜਿਉਂਦੇ ਵਸਤ ਰਹੋ।